ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਜਿਹੜੇ ਮੁਲਕਾਂ 'ਚ ਅਸੀਂ ਰਹਿ ਰਹੇ ਨੇ ਇੱਥੇ ਫ੍ਰੀ ਐਂਟਰਪ੍ਰਾਈਜ਼ ਹੈਗਾ, ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਆਪਣੇ ਜੀਵਨ ਨੂੰ ਬਿਹਤਰ ਕਰੇ ਅਤੇ ਹੋ ਵੀ ਸਕਦਾ ਹੈ ਜੇਕਰ ਅਸੀਂ ਮਿਹਨਤ ਨਾਲ ਕਿਸੇ ਵੀ ਮੁਕਾਮ ਤੱਕ ਪਹੁੰਚਣਾ ਚਾਹੀਏ। ਹਮੇਸ਼ਾ ਹੀ ਕਹਿੰਦੇ ਆ ਕਿ ਜੇਕਰ ਮਨ ਵਿੱਚ ਇੱਛਾ ਹੋਵੇ, ਵਿਲ ਹੋਵੇ ਤੇ ਨਾਲ ਮਿਹਨਤ ਕੀਤੀ ਜਾਏ ਤੇ ਇਹਨਾਂ ਮੁਲਕਾਂ ਵਿੱਚ ਸਕਾਈ ਇਜ਼ ਦ ਲਿਮਿਟ। ਲੇਕਿਨ ਉਸ ਦੇ ਵਿੱਚ ਇਹ ਚੀਜ਼ ਦੇਖੀ ਜਾ ਰਹੀ ਹੈ, ਖਾਸ ਤੌਰ 'ਤੇ ਕਿਉਂਕਿ ਅਸੀਂ ਫੋਕਸ ਕਰਨੇ ਆਪਣੇ ਭਾਈਚਾਰੇ ਨੂੰ, ਕਿ ਇਸ ਵਿੱਚ ਅਸੀਂ ਬਹੁਤ ਵਾਰੀ ਨਾ ਸਮਝੇ ਹੋਏ ਬਹੁਤ ਐਸੇ ਕਦਮ ਚੁੱਕ ਲੈਂਦੇ ਹਾਂ ਜਿਸ ਨਾਲ ਕਿ ਸਾਨੂੰ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਮੈਂ ਇੱਕ ਦੇਖਣਾ ਕਿ ਇੱਕ ਬਿਜ਼ਨਸ ਬੜਾ ਫਲਰਿਸ਼ ਕਰ ਰਿਹਾ ਹੈ, ਮੇਰੇ ਕੋਲ ਕੋਈ ਐਪਟੀਟਿਊਡ ਨਹੀਂ, ਮੇਰੇ ਕੋਲ ਕੋਈ ਸਕਿੱਲਸ ਨਹੀਂ, ਲੇਕਿਨ ਮੇਰੇ ਕੋਲ ਸ਼ਾਇਦ ਕੋਈ ਪੈਸਾ ਹੈ ਜਾਂ ਬੈਂਕ ਤੋਂ ਮੈਂ ਕੁਝ ਲੋਨ ਲੈ ਸਕਣਾ, ਤਾਂ ਮੈਂ ਕੁਝ ਗੱਲਬਾਤ ਕਰਕੇ ਇੱਕ ਦੋ ਸੱਜਣਾਂ ਨਾਲ ਕਹਿਣਾ ਚਲੋ ਯਾਰ ਅਸੀਂ ਵੀ ਇਹ ਕਰ ਲੈਂਦੇ ਹਾਂ। ਸ਼ੁਰੂ ਦੇ ਵਿੱਚ ਮਿਹਨਤ ਹੁੰਦੀ ਹੈ, ਇੰਥੂਜ਼ੀਆਜ਼ਮ ਹੁੰਦੀ ਹੈ, ਪੈਸ਼ਨ ਹੁੰਦਾ ਹੈ, ਮਿਹਨਤ ਕਰ ਲੈਂਦੇ ਹਾਂ, ਲੇਕਿਨ ਕਿਉਂਕਿ ਸਹੀ ਤਰੀਕੇ ਨਾਲ ਅਸੀਂ ਪਲਾਨ ਨਹੀਂ ਕੀਤਾ ਹੁੰਦਾ ਤਾਂ ਬਾਅਦ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ। ਕਿਉਂਕਿ ਅਸੀਂ ਜ਼ਿਆਦਾਤਰ ਕਈ ਵਾਰੀ ਲਿਖਤੀ ਰੂਪ ਵਿੱਚ ਕਈ ਚੀਜ਼ਾਂ ਨੂੰ ਇੱਕ ਦੂਸਰੇ ਨਾਲ ਸਾਂਝ ਕਰਨ ਵਿੱਚ ਸਮਝਦੇ ਕਿ ਗਲਤ ਹੋ ਜਾਏਗਾ, ਦੂਸਰਾ ਕੀ ਸੋਚੇਗਾ, ਲੇਕਿਨ ਇਸ ਦੇ ਕੀ ਰੈਮੀਫਿਕੇਸ਼ਨਸ ਹੋ ਸਕਦੀਆਂ ਨੇ, ਕੀ ਇਸ ਦਾ ਨੁਕਸਾਨ ਹੋ ਸਕਦਾ ਹੈ। ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਅਰਵਿੰਦਰ ਸਿੰਘ ਕਲਸੀ ਜੀ ਨਾਲ, ਜਿਹੜੇ ਕਿ ਹਰ ਰੋਜ਼ ਹੀ ਐਸੇ ਕੇਸਿਸ ਨਾਲ ਡੀਲ ਕਰਦੇ ਨੇ ਜਿਸ ਵਿੱਚ ਕਿ ਪਹਿਲਾਂ ਤਾਂ ਯਾਰੀ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਜਾਂਦਾ ਹੈ, ਲੇਕਿਨ ਬਾਅਦ ਦੇ ਵਿੱਚ ਜਦੋਂ ਪ੍ਰੈਕਟਿਸ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਸਮੱਸਿਆਵਾਂ ਆ ਜਾਂਦੀਆਂ ਨੇ। ਕੁਝ ਜਾਣਕਾਰੀ ਲੈਣੇ ਅਤੇ ਅਵੇਅਰਨੈਸ ਕ੍ਰੀਏਟ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਕੋਈ ਬਿਜ਼ਨਸ ਕਰਨ ਜਾ ਰਹੇ ਹਾਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਹਰਪ੍ਰੀਤ ਜੀ ਐਂਡ ਸਤਿ ਸ਼੍ਰੀ ਅਕਾਲ ਟੂ ਐਵਰੀਬਾਡੀ। ਸੋ ਫ੍ਰੀ ਐਂਟਰਪ੍ਰਾਈਜ਼ ਦੀ ਜਿੱਥੇ ਗੱਲ ਕਰਦੇ ਹਾਂ ਕਲਸੀ ਸਾਹਿਬ, ਇਹ ਮੁਲਕ ਉਹ ਹੈ ਜਿੱਥੇ ਕਿ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੈ ਕਿ ਜੋ ਮਰਜ਼ੀ ਕਰਨਾ ਚਾਹੇ ਉਹ ਕਰ ਸਕਦਾ ਹੈ। ਇਹਦੇ ਵਿੱਚ ਅੱਜ ਸਾਨੂੰ ਦੱਸੋ ਕਿ ਫ੍ਰੀ ਐਂਟਰਪ੍ਰਾਈਜ਼ ਆਪਣੇ ਭਾਈਚਾਰੇ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਬੜਾ ਚਾਅ ਹੈਗਾ, ਲੇਕਿਨ ਕਈ ਵਾਰੀ ਸਹੀ ਪਲੈਨਿੰਗ ਨਾ ਕਰਕੇ ਜਾਂ ਕਈ ਵਾਰੀ ਅਸੀਂ ਸਿਰਫ ਜ਼ੁਬਾਨੀ ਗੱਲਾਂ ਕਰਕੇ ਕੁਝ ਸ਼ੁਰੂਆਤੀ ਕਰ ਲੈਂਦੇ ਹਾਂ, ਪਰ ਉਹਦੇ ਬਹੁਤ ਵਾਰੀ ਪ੍ਰੋਬਲਮਸ ਆਉਂਦੀਆਂ ਨੇ। ਤੁਸੀਂ ਤਾਂ ਰੋਜ਼ ਇਹੋ ਜਿਹੇ ਕੇਸਿਸ ਨਾਲ ਡੀਲ ਕਰਦੇ ਹੋਵੋਗੇ, ਕੀ ਚੱਲ ਰਿਹਾ ਜੀ ਆਪਣੇ ਭਾਈਚਾਰੇ 'ਚ? ਦੇਖੋ, ਇਸ ਤਰ੍ਹਾਂ ਤੁਸੀਂ ਆਪਣੇ ਹੁਣ ਲਫ਼ਜ਼ਾਂ 'ਚ ਹੀ ਕਿਹਾ ਸੀ ਸਹੀ ਪਲੈਨਿੰਗ। ਕੋਈ ਵੀ ਕੰਮ ਜ਼ਿੰਦਗੀ 'ਚ ਕਰਨਾ ਹੋਵੇ, ਫਸਟ ਆਫ ਆਲ ਯੂ ਨੀਡ ਟੂ ਸਿਟ ਡਾਊਨ ਐਂਡ ਪਲਾਨ ਜੀ। ਔਰ ਸਪੈਸ਼ਲੀ ਜਦੋਂ ਅਸੀਂ ਬਿਜ਼ਨਸ ਮਾਡਲ ਬਣਾਉਂਦੇ ਹਾਂ, ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ, ਡੂ ਵੀ ਹੈਵ ਅ ਬਿਜ਼ਨਸ ਪਲਾਨ। ਰਾਈਟ। ਬਿਜ਼ਨਸ ਪਲਾਨ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਬੈਠੇ ਆ ਤੇ ਸੋਚਿਆ ਵੀ ਆਪਾਂ ਗਰਾਜ ਖੋਲ੍ਹਣੀ ਹੈ ਜਾਂ ਰੈਸਟੋਰੈਂਟ ਖੋਲ੍ਹਣਾ ਹੈ ਜਾਂ ਫਲਾਣਾ ਕੰਮ ਕਰਨਾ ਹੈ। ਦੈਟਸ ਨਾਟ ਅ ਬਿਜ਼ਨਸ ਪਲਾਨ। ਰਾਈਟ। ਬਿਜ਼ਨਸ ਪਲਾਨ ਦਾ ਮਤਲਬ ਹੈਗਾ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਫੰਕਸ਼ਨ ਕਰਨਾ ਹੈ, ਫਾਈਨੈਂਸਿਸ ਕਿੱਥੋਂ ਆਉਣੇ ਹੈ, ਅਸੀਂ ਇਹਦੇ ਖਰਚਿਆਂ ਨੂੰ ਕਿੰਨਾ ਫੋਰਕਾਸਟ ਕੀਤਾ, ਪ੍ਰੋਫਿਟੇਬਿਲਿਟੀ ਕਿਸ ਤਰ੍ਹਾਂ ਨਿਕਲੇਗੀ, ਕਿਸ ਤਰ੍ਹਾਂ ਅਸੀਂ ਸਾਰੇ ਮੈਨੇਜ ਕਰਾਂਗੇ, ਤੁਹਾਡਾ ਰੋਲ ਕੀ ਹੋਏਗਾ, ਮੇਰਾ ਰੋਲ ਕੀ ਹੋਏਗਾ, ਤੁਸੀਂ ਕੀ ਡਰਾਅ ਕਰੋਗੇ, ਮੈਂ ਕੀ ਡਰਾਅ ਕਰਾਂਗਾ, ਐਂਡ ਆਫ ਦੀ ਡੇ 5 ਸਾਲ ਦੇ ਪਲਾਨ ਦੇ ਵਿੱਚ ਅਸੀਂ ਕਿੱਥੇ ਖੜੇ ਹਾਂ ਜੀ। ਸੋ ਇਨ ਅਦਰ ਵਰਡਸ ਇਟਸ ਅ ਬਲੂਪ੍ਰਿੰਟ। ਯੂ ਟਰਾਈ ਟੂ ਮੇਕ ਇਟ ਆਊਟ ਐਂਡ ਟਰਾਈ ਟੂ ਅੰਡਰਸਟੈਂਡ ਕਿ ਕਿਹੜੀ ਸਟ੍ਰੈਟਜੀ ਹੋਏਗੀ ਜਿਹਦੇ ਨਾਲ ਅਸੀਂ ਕਾਮਯਾਬ ਹੋਵਾਂਗੇ। ਰਾਈਟ। ਇਹ ਤਾਂ ਹੈਗਾ ਜਿਹਨੂੰ ਆਪਾਂ ਰਾਈਟ ਤਰੀਕਾ ਕਹੀਏ। ਪਰ ਅਮੂਮਨ ਜਿਵੇਂ ਤੁਸੀਂ ਕਿਹਾ, ਮੈਂ ਬੈਠੇ ਸ਼ਾਮ ਨੂੰ ਭਾਵੇਂ ਚਾਹ ਦਾ ਕੱਪ ਪੀਤਾ ਜਾਂ ਇੱਕ ਡਰਿੰਕ ਲਿਆ ਤੇ ਉੱਥੋਂ ਹੀ ਸੋਚਿਆ ਵੀ ਫਲਾਣਾ ਆਦਮੀ ਉਹ ਫਲਾਣਾ ਕੰਮ ਕਰ ਰਿਹਾ ਹੈ, ਕੀ ਖਿਆਲ ਹੈ? ਤੁਸੀਂ ਵੀ ਕਹਿੰਦੇ ਗੱਲ ਹੀ ਕੋਈ ਨਹੀਂ, ਆਪਾਂ ਸ਼ੁਰੂ ਕਰ ਲੈਂਦੇ ਹਾਂ। ਇਹ ਕਹਿਣ 'ਚ ਕੋਈ ਹਰਜ ਨਹੀਂ ਹੈ, ਪਰ ਅਸੀਂ ਜਿਵੇਂ ਤੁਸੀਂ ਰਾਈਟਲੀ ਇੰਟਰੋਡਕਸ਼ਨ 'ਚ ਗੱਲ ਕੀਤੀ ਹੈ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਤੁਹਾਡੀ ਕਪੈਸਿਟੀ ਜਾਂ ਤੁਹਾਡੀ ਸਟਰੈਂਥ ਕਿੱਥੇ ਹੈ ਔਰ ਮੇਰੀ ਕਪੈਸਿਟੀ ਜਾਂ ਮੇਰੀ ਸਟਰੈਂਥ ਕਿੱਥੇ ਹੈ। ਕੀ ਮੈਂ ਮਾਰਕੀਟਿੰਗ ਦਾ ਬੰਦਾ ਹੈ, ਕੀ ਮੈਂ ਬੈਕ ਕਰਟਨ ਦੇ ਪਿੱਛੇ ਕੰਮ ਕਰਨ ਵਾਲਾ ਬੰਦਾ ਹੈ, ਜਾਂ ਮੈਂ ਪਬਲਿਕ ਰਿਲੇਸ਼ਨ 'ਚ ਹਾਂ, ਮੇਰੀ ਕੀ ਫਾਈਨੈਂਸ ਨੌਲੇਜ ਹੈ, ਕਿਹੜੀ ਨੌਲੇਜ ਹੈ। ਔਰ ਅਮੂਮਨ ਮੈਂ ਦੇਖਿਆ ਹੈ ਕਿ ਸਾਡੇ ਕੋਲ ਨੌਲੇਜ ਦੀ ਘਾਟ ਹੁੰਦੀ ਹੈ। ਨੌਲੇਜ ਨਹੀਂ ਹੁੰਦੀ, ਪਰ ਸਾਡੇ ਕੋਲ ਸੋਚ ਬੜੀ ਵੱਡੀ ਹੁੰਦੀ ਹੈ। ਔਰ ਜਦੋਂ ਸੋਚ ਵੱਡੀ ਹੁੰਦੀ ਹੈ, ਉਹਦੇ ਪਿੱਛੇ ਇੱਕੋ ਹੀ ਆਬਜੈਕਟਿਵ ਹੁੰਦਾ ਹੈ ਕਿ ਅਸੀਂ ਅਮੀਰ ਬਣਨਾ। ਠੀਕ ਹੈ ਨਾ, ਅਮੀਰ ਬਣਨ 'ਚ ਕੋਈ ਹਰਜ ਨਹੀਂ, ਆਬਜੈਕਟਿਵ ਤਾਂ ਬਿਜ਼ਨਸ ਦਾ ਇਹੋ ਹੀ ਹੁੰਦਾ ਹੈ, ਪਰ ਉੱਥੇ ਤੱਕ ਪਹੁੰਚਣਾ ਕਿਵੇਂ ਹੈ ਉਹਦਾ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਵੀ ਕਿਸ ਤਰ੍ਹਾਂ ਪਹੁੰਚਾਂਗੇ, ਕਿਵੇਂ ਹੋਵੇਗਾ। ਔਰ ਨਾ ਹੀ ਅਸੀਂ ਐਲੋਕੇਟ ਕਰਨੇ ਹੈ ਇੱਕ ਦੂਜੇ ਦੀਆਂ ਰਿਸਪੌਂਸਿਬਿਲਿਟੀਜ਼, ਡਿਊਟੀਜ਼, ਫਾਈਨੈਂਸ਼ੀਅਲ ਐਸਪੈਕਟ ਕੀ ਹੈਗਾ। ਸੋ ਜਦੋਂ ਅਸੀਂ ਇਸ ਗੇਮ 'ਚ ਪੈ ਜਾਈਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਨਾਲ ਫੜਿਆ, ਚੱਲ ਬੈਂਕ ਚੱਲੀਏ, ਸਾਈਨ ਕਰੀਏ, ਤੁਸੀਂ ਵੀ ਅੱਖਾਂ ਮੀਟ ਕੇ ਸਾਈਨ ਕਰਤੇ, ਮੈਂ ਵੀ ਅੱਖਾਂ ਮੀਟ ਕੇ ਸਾਈਨ ਕਰਤੇ, ਸਾਨੂੰ ਪਤਾ ਨਹੀਂ ਹੁੰਦਾ ਕਿ ਇਹਦੀਆਂ ਕੌਨਸੀਕੁਐਂਸਿਸ ਕੀ ਨੇ। ਸੋ ਇਹ ਸਾਰੇ ਜਦੋਂ ਫੈਕਟਰਸ ਆਪਾਂ ਇਕੱਠੇ ਕਰਨੇ ਆ, ਉਹ ਫਿਰ ਥੋੜ੍ਹੇ ਦਿਨ ਤੇ ਚੱਲ ਜਾਂਦਾ ਹੈ, ਕਿਉਂਕਿ ਆਪਣੇ ਗੱਲੇ 'ਚ ਪੈਸੇ ਹੁੰਦੇ, ਯਾਨੀ ਆਪਣੇ ਕੈਸ਼ ਬਾਕਸ 'ਚ ਪੈਸੇ ਹੁੰਦੇ ਆ, ਅਸੀਂ ਉਹ 'ਚੋਂ ਹੀ ਕੱਢਨੇ, ਉਹ 'ਚੋਂ ਹੀ ਖਰਚ ਲੈਂਦੇ ਆ। ਹੌਲੀ ਹੌਲੀ ਉਹ ਚੀਜ਼ਾਂ ਨਾ ਡਰਾਈ ਹੋਣੀਆਂ ਸ਼ੁਰੂ ਹੋ ਜਾਂਦੀਆਂ, ਯਾਨੀ ਉਹ 'ਚੋਂ ਪੈਸੇ ਘਟਣੇ ਸ਼ੁਰੂ ਹੁੰਦੇ ਆ। ਜਦੋਂ ਘਟਣੇ ਸ਼ੁਰੂ ਹੁੰਦੇ ਆ, ਫਿਰ ਅਸੀਂ ਸ਼ੱਕ ਦੀ ਨਿਗਾਹ ਨਾਲ ਇੱਕ ਦੂਜੇ ਵੱਲ ਦੇਖਦੇ ਹਾਂ, ਕਿਉਂਕਿ ਫਿਰ ਤੁਹਾਡਾ ਸੂਟ ਪਾਇਆ ਮੈਨੂੰ ਲੱਗਦਾ ਮੇਰੇ ਪੈਸੇ ਨਾਲ ਆਇਆ। ਰਾਈਟ।
ਕੰਪਨੀ ਦੇ ਪੈਸਿਆਂ ਨਾਲ ਆਇਆ ਹੋਣਾ, ਨਹੀਂ ਤੇ ਇਹਨੇ ਸੂਟ ਕਿੱਥੋਂ ਲੈਣਾ। ਇਸੇ ਤਰ੍ਹਾਂ ਮੈਂ ਜੇ ਚਾਹ ਵੀ ਪੀ ਰਿਹਾ ਸੀ, ਕਹਿੰਦੇ ਦੇਖੇ ਨੇ ਇੱਥੋਂ ਪੀਤੀ ਹੈ। ਸੋ ਕਹਿੰਦਾ ਮਤਲਬ ਬੜੀਆਂ ਛੋਟੀਆਂ ਗੱਲਾਂ ਹੈ, ਪਰ ਇਹ ਤੁਹਾਨੂੰ ਬੌਦਰ ਕਰਨਾ ਪੈਂਦੀਆਂ। ਜਦੋਂ ਇਹ ਬੌਦਰ ਕਰਦੀਆਂ ਤੇ ਉਹ ਜਿਹੜਾ ਬਿਜ਼ਨਸ ਇਨਵਾਇਰਨਮੈਂਟ ਹੈ ਨਾ, ਉਹ ਖਰਾਬ ਹੋ ਜਾਂਦਾ। ਯਾਨੀ ਸਾਡੇ ਤੇ ਟਰਸਟ ਮੁੱਕ ਜਾਂਦਾ ਇੱਕ ਦੂਜੇ ਦੇ ਉੱਤੇ। ਔਰ ਸਾਰਾ ਬਿਜ਼ਨਸ ਜਿਹੜਾ ਹੁੰਦਾ ਹੈ, ਇਹਦਾ ਬੇਸਿਕ ਕੋਰ ਹੀ ਟਰਸਟ ਹੈ। ਸਪੈਸ਼ਲੀ ਜਦੋਂ ਪਾਰਟਨਰਸ਼ਿਪਸ ਅਸੀਂ ਕਰਨੇ ਆ, ਜੇ ਸਾਨੂੰ ਇੱਕ ਦੂਜੇ ਤੇ ਟਰਸਟ ਨਹੀਂ ਹੈ, ਹਾਊ ਵੀ ਗੋਇੰ ਟੂ ਮੈਨੇਜ ਇਟ। ਰਾਈਟ, ਟਰਸਟ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹ ਤਾਂ ਸ਼ੁਰੂ 'ਚ ਹੀ ਕਿ ਤੈਨੂੰ ਵਿਸ਼ਵਾਸ ਨਹੀਂ ਹੈਗਾ ਯਾਰ, ਕੋਈ ਗੱਲ ਹੀ ਕੋਈ ਨਹੀਂ, ਉੱਥੇ ਤਾਂ ਗੱਲ ਹੀ ਕੋਈ ਨਹੀਂ ਹੁੰਦੀ ਹੈਗੀ ਹੈ। ਲੇਕਿਨ ਹੌਲੀ ਹੌਲੀ ਜਿਵੇਂ ਤੁਸੀਂ ਕਿਹਾ ਕਿ ਜਦੋਂ ਐਗਜ਼ੈਕਟ ਸਿਚੁਏਸ਼ਨ ਸਾਹਮਣੇ ਆਉਂਦੀ ਹੈ, ਦੈਨ ਪ੍ਰੋਬਲਮ ਸਟਾਰਟ ਰਾਈਜ਼ਿੰਗ। ਸੋ ਤੁਸੀਂ ਤੁਹਾਡੇ ਕੋਲ ਬਹੁਤ ਸਾਰੇ ਐਸੇ ਕੇਸਿਸ ਆਉਂਦੇ ਹੈਗੇ ਨੇ ਜਿਨ੍ਹਾਂ 'ਚ ਕਿ ਤੁਸੀਂ ਦੇਖਦੇ ਹੋ, ਉਹਦੇ 'ਚ ਕੀ ਮੁੱਖ ਪ੍ਰੋਬਲਮ ਇਹੀ ਹੁੰਦੀ ਹੈ ਕਿ ਅਸੀਂ ਵਰਬਲੀ ਜ਼ਿਆਦਾ ਬਿਲੀਵ ਕਰਦੇ ਹਾਂ ਗੱਲ ਕਰਨ 'ਚ? ਹਾਂਜੀ, ਕਾਗਜ਼ਾਂ ਦੇ ਵਿੱਚ ਤੇ ਅਸੀਂ ਲੋਕ ਏਸ਼ੀਅਨਸ ਬੜੇ, ਸਾਡੇ 'ਚ ਕਮੀ ਹੈ ਕਿ ਅਸੀਂ ਕਾਗਜ਼ ਤੇ ਰੱਖਦੇ ਹੀ ਨਹੀਂ ਨਾ ਜੀ, ਨਾ ਹੀ ਲਿਖ ਕੇ ਰਾਜੀ ਹੈ। ਔਰ ਅਸੀਂ ਇੱਕ ਦੂਜੇ ਦੇ ਇਮੋਸ਼ਨਲ ਸੈਂਟੀਮੈਂਟਸ ਦੀ ਜ਼ਿਆਦਾ ਵੈਲਿਊ ਕਰਦੇ ਹਾਂ ਅਦਰ ਦੈਨ ਪ੍ਰੈਕਟੀਕਲ, ਕਿ ਵੀ ਇਹ 'ਚ ਕੀ ਹੋਣਾ ਚਾਹੀਦਾ। ਹੁਣ ਜਿਵੇਂ ਤੁਸੀਂ ਕਿਹਾ ਕਿ ਆਪਾਂ ਝੱਕਦੇ ਹਾਂ ਕਿ ਜੇ ਮੈਂ ਹਰਪ੍ਰੀਤ ਹੋਰਾਂ ਨੂੰ ਕਿਹਾ ਵੀ ਇੱਥੇ ਸਾਈਨ ਕਰ, ਉਹ ਕਹਿਣਗੇ ਵੀ ਕਾਹਦਾ ਸਾਈਨ ਕਰਨਾ ਯਾਰ, ਮੈਂ ਕੋਈ ਭੱਜਾ ਹੈ, ਉਹ ਗੱਲ ਨਹੀਂ ਹੈਗੀ। ਪਰ ਟੂ ਹੋਲਡ ਯੂ ਰਿਸਪੋਂਸਿਬਲ, ਆਈ ਨੀਡ ਯੂਰ ਸਿਗਨੇਚਰਸ। ਸਿਮਿਲਰਲੀ ਜਦ ਅਸੀਂ ਵੈਨ ਵੀ ਸਿਟ ਅਕ੍ਰੋਸ ਦ ਟੇਬਲ, ਹੁਣ ਮੰਨ ਲਓ ਅਸੀਂ ਦੋਸਤ ਵੀ ਹਾਂ ਤੇ ਬਿਜ਼ਨਸ ਪਾਰਟਨਰ ਵੀ ਹਾਂ, ਪਰ ਜਿਸ ਵੇਲੇ ਅਸੀਂ ਬਿਜ਼ਨਸ ਲਈ ਸਾਹਮਣੇ ਬੈਠੇ ਹਾਂ, ਸਾਨੂੰ ਪੂਰੇ ਕੌੜੇ ਹੋਣ ਦਾ ਹੱਕ ਹੈ। I have got the right to ask you, you have got the right to ask me, and even we can feel upset even for a certain reason, ਜੇ ਤੁਸੀਂ ਕੋਈ ਡਿਸੀਜਨ ਗਲਤ ਲਿਆ। but once we get off the table, ਇਹ ਇੱਥੇ ਛੱਡਤਾ, ਫਿਰ ਉਹ ਸਾਡੇ ਜਿਹੜੇ ਰਿਲੇਸ਼ਨ ਹੈ ਫਿਰ ਵਾਪਸ ਉੱਥੇ ਆ ਜਾਂਦੇ ਨੇ। ਪਰ ਸਾਡੇ ਲੋਕਾਂ 'ਚ ਕਮੀ ਇਹ ਹੈ ਕਿ ਅਸੀਂ ਉਹਨੂੰ ਛੱਡ ਨਹੀਂ ਸਕਦੇ, ਅਸੀਂ ਉਹਨੂੰ ਨਾਲ ਹੀ ਕੈਰੀ ਕਰਨੇ ਆ। ਫਿਰ ਕੀ ਸਾਡੇ ਜ਼ਾਤੀ ਤੌਰ ਦੇ ਜਿਹੜੇ ਰਿਲੇਸ਼ਨ ਹੈ ਉਹਨਾਂ 'ਤੇ ਅਸਰ ਆਉਂਦਾ ਹੈ। ਹਾਂਜੀ, ਤੇ ਅਸੀਂ ਉਹਨੂੰ ਕੰਟੀਨਿਊ ਨਹੀਂ ਕਰ ਸਕਦੇ। ਹੁਣ ਇੱਕ ਛੋਟੀ ਜਿਹੀ ਚੀਜ਼ ਹੈ, ਸੈਕੰਡਲੀ ਜਿਹੜੀ ਇੰਪੋਰਟੈਂਟ ਬਿਜ਼ਨਸ 'ਚ ਹੈ, ਕਿ ਤੁਸੀਂ ਕਿਹੋ ਜਿਹੇ ਬੰਦੇ ਹਾਇਰ ਕਰਦੇ ਹੋ ਆਪਣੇ ਚਾਰੋਂ ਬੰਨੇ ਜੀ। ਫੋਰ ਐਗਜ਼ਾਮਪਲ ਅਕਾਊਂਟੈਂਟਸ ਨੇ, ਅਸੀਂ ਅਕਾਊਂਟੈਂਟ ਉਹ ਲੱਭਨੇ ਜਿਹੜਾ ਸਸਤਾ ਹੋਵੇ। ਅਸੀਂ ਅਕਾਊਂਟੈਂਟ ਉਹ ਨਹੀਂ ਲੱਭਦੇ ਜਿਹੜਾ ਕੇਪੇਬਲ ਹੋਵੇ, ਜਿਹੜੀ ਤੁਹਾਡੀ ਨੀਡਸ ਨੂੰ ਕੇਟਰ ਕਰ ਸਕਦਾ ਹੋਵੇ। ਇਸੇ ਤਰ੍ਹਾਂ ਬਾਕੀ ਫੀਲਡਾਂ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਵੀ ਵਾਂਟ ਸਸਤਾ, ਕਿ ਵੀ ਸਸਤਾ ਵੀ ਹੋਵੇ ਔਰ ਕੰਮ ਚੱਲ ਜਾਏ। ਹੁਣ ਇਹਦੀ ਇੱਕ ਛੋਟੀ ਜਿਹੀ ਮਿਸਾਲ ਹੈ ਕਿ ਜਿਹੜੀ ਤੁਹਾਡੀ ਸਰਾਊਂਡਿੰਗ ਹੈ ਜੇ ਅੱਛੀ ਹੋਵੇ, ਅੱਛੇ ਲਾਇਰ ਹੋਣ, ਅੱਛੇ ਤੁਹਾਡੇ ਕੋਲ ਸੀਏ ਹੋਵੇ, ਅਕਾਊਂਟੈਂਟ ਹੋਣ, ਬੁੱਕ ਕੀਪਰ ਹੋਵੇ, ਦੈਟ ਕੀਪਸ ਯੂ ਔਨ ਦ ਟਰੈਕ ਆਲ ਦ ਟਾਈਮ। ਔਰ ਉਹ ਤੁਹਾਨੂੰ ਇਨਫੋਰਮੇਸ਼ਨ ਦਿੰਦੇ। ਮੈਂ ਕਿੰਨਾ ਵੀ ਸਿਆਣਾ ਹੋਵਾਂ, ਮੈਂ ਸਾਰੇ ਕੰਮ ਆਪ ਨਹੀਂ ਕਰ ਸਕਦਾ। ਬਿਲਕੁਲ ਠੀਕ ਹੈ। ਅੱਜ ਅਸੀਂ ਇੰਨੀਆਂ ਬੈਠ ਕੇ ਗੱਲਾਂ ਕਰਨੇ ਆ, ਮੈਂ ਆਪਣੀ ਅਕਾਊਂਟਿੰਗ ਆਪ ਨਹੀਂ ਕਰਦਾ। ਆਈਵ ਗॉट ਅ ਪ੍ਰੋਪਰ ਅਕਾਊਂਟੈਂਟ ਹੂ ਡਜ਼ ਐਵਰੀਥਿੰਗ ਫॉर ਮੀ। ਕੈਨ ਆਈ ਡੂ ਇਟ? ਆਈ ਨੋ ਦ ਨੌਲੇਜ, ਆਈ ਹੈਵ ਦ ਨੌਲੇਜ, ਬਟ ਆਈ ਕੈਨ ਡੂ ਇਟ, ਕਿਉਂਕਿ ਮੈਂ ਉਸ ਚੀਜ਼ ਦਾ ਟਰੈਕ ਨਹੀਂ ਰੱਖਦਾ। ਹੁਣ ਇਹਦੀ ਮਿਸਾਲ ਇੱਕ ਛੋਟੀ ਜਿਹੀ ਹੈ। ਮਹਾਰਾਜਾ ਰਣਜੀਤ ਸਿੰਘ ਸੀ, ਉਹ ਅੰਗੂਠਾ ਛਾਪ ਸੀ, ਕਦੀ ਸਕੂਲ ਨਹੀਂ ਸੀ ਗਿਆ, ਪਰ ਉਹ ਇੱਕ ਅੱਛਾ ਐਡਮਿਨਿਸਟ੍ਰੇਟਰ ਸੀ, ਕਿਉਂਕਿ ਉਹਦੇ ਕੋਲ ਜਿਹੜੇ 9 ਰਤਨ ਸੀਗੇ, ਉਹ ਇੱਕ ਤੋਂ ਇੱਕ ਮਾਸਟਰ ਸੀ ਆਪਣੇ ਫੀਲਡ ਦੇ। ਬਿਲਕੁਲ। ਸੋ ਉਹ ਕੀ ਕਰਦਾ ਸੀ, ਉਹ ਵਿੱਚ ਬੈਠਦਾ ਸੀ, ਉਹ ਸਾਰਿਆਂ ਨੂੰ ਕਹਿੰਦਾ ਸੀ ਵੀ ਆਹ ਸਵਾਲ ਇਹਦਾ ਜਵਾਬ ਦਿਓ, ਤੁਸੀਂ ਆਪਣੀ ਨੌਲੇਜ ਦੇ ਹਿਸਾਬ ਨਾਲ, ਆਪਣੀ ਪਰਫੈਕਸ਼ਨ ਦੇ ਹਿਸਾਬ ਨਾਲ ਮੈਨੂੰ ਦੱਸਿਆ। ਸਾਰਿਆਂ ਨੇ ਦੱਸਿਆ, ਬਾਅਦ ਦੇ ਵਿੱਚ ਡਿਸੀਜਨ ਉਹ ਆਪ ਲੈਂਦਾ ਸੀ ਕਿ ਮੈਨੂੰ ਕਿਹੜੀ ਗੱਲ ਚੰਗੀ ਲੱਗੀ। ਸੋ ਇਨ ਅਦਰ ਵਰਡਸ ਹੀ ਵਾਸ ਨੈਵਰ ਮਿਸਇਨਫੋਰਮਡ। ਜਿਹੜੀ ਲੈਕ ਆਫ ਇਨਫੋਰਮੇਸ਼ਨ, ਲੈਕ ਆਫ ਨੌਲੇਜ ਹੈ, ਉਹ ਬੜੀ ਡੇਂਜਰਸ ਹੈ। ਘੱਟ ਨੌਲੇਜ ਵੀ ਡੇਂਜਰਸ ਹੈ, ਔਰ ਜ਼ਿਆਦਾ ਵੀ ਡੇਂਜਰਸ ਹੈ। ਸੋ ਜਿਹੜੀ ਇੱਕ ਲੈਵਲ ਦੀ ਡੋਜ਼ ਚਾਹੀਦੀ ਹੈ, ਉਹ ਕਾਰੋਬਾਰ 'ਚ ਹੋਣੀ ਬਹੁਤ ਜ਼ਰੂਰੀ ਹੈ ਕਿ ਯੂ ਗੈਟ ਦ ਰਾਈਟ ਇਨਫੋਰਮੇਸ਼ਨ ਟੂ ਦ ਰਾਈਟ ਸੋਰਸ, ਐਂਡ ਫਿਰ ਉਹਦੀ ਐਗਜ਼ੀਕਿਊਸ਼ਨ ਜਿਹੜੀ ਹੈ, ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ, ਉਹਦੇ ਲਈ ਤੁਹਾਡੇ ਕੋਲ ਥੋੜ੍ਹੀ ਜਿਹੀ ਕੈਪੇਬਿਲਿਟੀ ਹੋਣੀ ਚਾਹੀਦੀ, ਜਿਹੜੀ ਐਡਮਿਨਿਸਟ੍ਰੇਟਿਵ ਲੈਵਲ ਦੀ ਹੈ, ਕਿ ਜਿਹੜੀ ਤੁਸੀਂ ਕਰ ਸਕੋ। ਬਿਲਕੁਲ ਜੀ, ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਤਾਂ ਆਪਣੀ ਹੈਗੀ, ਲੇਕਿਨ ਬਾਕੀ ਜਿਹੜੇ ਤੁਹਾਨੂੰ ਚੀਜ਼ਾਂ ਦੀ ਲੋੜ ਹੈਗੀ, ਉਹਦੇ 'ਚ ਪ੍ਰੋਫੈਸ਼ਨਲਸ ਅੱਜ ਮਾਰਕੀਟ 'ਚ ਅਵੇਲੇਬਲ ਹੈਗੇ ਨੇ। ਅਸੀਂ ਬਹੁਤ ਜ਼ਿਆਦਾ ਕਈ ਵਾਰੀ ਨਹੀਂ ਜਾਂਦੇ ਉਹਨਾਂ ਕੋਲ, ਕਤਰਾਨੇ ਆ ਜਾਣ ਤੋਂ ਕਿ ਸਾਡੇ ਕੁਝ ਪੈਸੇ ਬਚ ਜਾਣਗੇ, ਬਟ ਲੇਟਰ ਔਨ ਸ਼ਾਇਦ ਸਾਨੂੰ ਡਬਲ ਖਰਚਣਾ ਪਏ। ਇਹੀ ਜੇ ਪਹਿਲਾਂ ਹੀ ਪ੍ਰੋਪਰ ਪਲੈਨਿੰਗ ਕਰਕੇ ਅਸੀਂ ਕੰਮ ਕਰ ਲਈਏ ਤਾਂ ਯਕੀਨਨ ਤੌਰ 'ਤੇ ਤੁਸੀਂ ਕਿਉਂ ਨਹੀਂ ਕਾਮਯਾਬ ਹੋਵੋਗੇ, ਬਾਕੀ ਵੀ ਕਾਮਯਾਬ ਹੁੰਦੇ ਹੀ ਨੇ। ਐਬਸੋਲੂਟਲੀ ਹਰਪ੍ਰੀਤ ਜੀ, ਅਮੂਮਨ ਨੇ ਦੇਖਿਆ ਗਿਆ, ਫੋਰ ਐਗਜ਼ਾਮਪਲ ਜੇ ਅਸੀਂ ਬਿਜ਼ਨਸ ਪਲਾਨ ਕੀਤਾ ਜੀ, ਹੁਣ ਸਾਡੇ ਕੋਲ ਕਈ ਲੋਕ ਆਉਂਦੇ ਨੇ ਸ਼ੁਰੂ, ਬਿਫੋਰ ਦੇ ਸਟਾਰਟ ਬਿਜ਼ਨਸ, ਦੇ ਸੇਡ ਮਿਸਟਰ ਕੈਲਸੀ ਕੁਡ ਯੂ ਗਿਵ ਮੀ ਦੀ ਓਪੀਨੀਅਨ। Look, ਜੇ ਮੇਰੇ ਟਾਈਮ ਦੀ ਕੋਈ ਵੈਲਿਊ ਹੈ, ਐਂਡ ਇਫ ਆਈ ਆਸਕ ਯੂ ਸਰਟਨ ਡਾਲਰਸ ਕਿ ਲੁੱਕ ਹਰਪ੍ਰੀਤ ਜੀ, ਤੁਹਾਨੂੰ ਮੇਰੇ ਨਾਲ ਬੈਠਣ ਦੇ ਇੰਨੇ ਪੈਸੇ ਘੰਟੇ ਦੇ ਦੇਣੇ ਪੈਣਗੇ, ਐਂਡ ਤੁਸੀਂ ਕਹਿੰਦੇ ਜੀ ਕਾਹਦੇ ਪੈਸੇ ਦੇਣੇ ਆ, 2 ਗੱਲਾਂ ਹੀ ਕਰਨੀਆਂ। ਉਹ ਗੱਲ 2 ਗੱਲਾਂ ਦੀ ਨਹੀਂ ਹੈ। ਹੋ ਸਕਦਾ ਜੇ ਤੁਸੀਂ ਮੇਰੇ ਨਾਲ ਗੱਲ ਕੀਤੀ ਹੋਵੇ, ਤੁਸੀਂ ਆਪਣਾ ਜਿਹੜਾ 400,000 ਇਨਵੈਸਟ ਕਰਨ ਲੱਗੇ ਹੋ, ਉਹ ਬਚ ਜਾਵੇ। ਐਬਸੋਲੂਟਲੀ ਜਸਟੀਫਾਈਡ ਹੈਗੇ ਜੀ, ਤੁਸੀਂ ਆਪਣਾ ਸਮਾਂ ਕੱਢ ਕੇ ਆਪਣੀ ਐਕਸਪਰਟੀਜ਼ ਜੇ ਸ਼ੇਅਰ ਕਰ ਰਹੇ ਹੋ, ਤੇ ਜੇ ਮੈਂ ਬਣਾਉਣਾ ਚਾਹਨਾ ਤੇ ਵਾਈ ਨਾਟ ਯੂ। ਐਬਸੋਲੂਟਲੀ। ਸੋ $200-300 ਖਰਚਣ ਦੀ ਖਾਤਰ ਮੈਂ ਉਹ 400,000 ਨੂੰ ਦਾਅ ਤੇ ਲਾ ਦਿੰਦਾ। ਸੋ ਆਈ ਆਲਵੇਜ਼ ਇਨਕਰੇਜ ਐਵਰੀਬਾਡੀ ਕਿ ਜਿਹੜੇ ਵੀ ਬਾਹਰ ਪ੍ਰੋਫੈਸ਼ਨਲਸ ਬੈਠੇ ਨੇ, ਦੇ ਹੈਵ ਸਪੈਂਡ देयर ਮਨੀ, ਦੇ
they have studied lot of things, Right. ਉਹਨਾਂ ਨੇ ਟਾਈਮ ਖਰਾਬ ਕੀਤਾ ਹੈ, ਉਹਨਾਂ ਦੀ ਟਾਈਮ ਦੀ ਆਪਾਂ ਸਾਰੇ ਕਦਰ ਜ਼ਰੂਰ ਕਰੀਏ। ਕਦਰ ਕਰੀਏ ਤੇ ਵੈਲਿਊ ਦਈਏ ਤਾਂ ਕਿ ਉਹ ਸਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕਣ। ਬਾਕੀ ਜੇ ਅਸੀਂ ਉਹ ਨਹੀਂ ਕਰਾਂਗੇ ਜੀ। ਤੇ ਕਿਤੇ ਨਾ ਕਿਤੇ ਟੋਏ ਟਿੱਬੇ ਦੇ ਵਿੱਚ ਪੈਰ ਆ ਜਾਣਾ ਹੈ Right. ਤੇ ਜਿਸ ਵੇਲੇ ਉਦੋਂ ਡਿੱਗਾਂਗੇ then we feel bad, why Absolutely. didn't I ask that? Absolutely. Thank you very much, sir. It was a pleasure talking to you.